हाँ जी स्टूडेंट्स, ਅੱਜ ਨੈਕਸਟ ਟੌਪਿਕ ਆਪਾਂ ਡਿਸਕਸ ਕਰਾਂਗੇ ਇਲੈਕਟ੍ਰੋਨੈਗੇਟਿਵਿਟੀ। ਪੀਰੀਓਡਿਕ ਟੇਬਲ ਦੀਆਂ ਪ੍ਰੋਪਰਟੀਜ਼ ਆਪਾਂ ਡਿਸਕਸ ਕਰ ਰਹੇ ਸੀ। ਸੋ ਉਹਨਾਂ ਦੇ ਵਿੱਚ ਹੀ ਇੱਕ ਪ੍ਰੋਪਰਟੀ ਇਹ ਵੀ ਹੈ ਇਲੈਕਟ੍ਰੋਨੈਗੇਟਿਵਿਟੀ ਵੀ। ਜਿਹੜੇ ਪੀਰੀਓਡਿਕ ਟੇਬਲ ਦੇ ਐਲੀਮੈਂਟਸ ਨੇ ਉਹ ਇਲੈਕਟ੍ਰੋਨੈਗੇਟਿਵਿਟੀ ਵੀ ਸ਼ੋ ਕਰਦੇ ਆ। ਪਹਿਲਾਂ ਤਾਂ ਇਲੈਕਟ੍ਰੋਨੈਗੇਟਿਵਿਟੀ ਦੀ ਡੈਫੀਨੇਸ਼ਨ ਆਪਾਂ ਡਿਸਕਸ ਕਰਾਂਗੇ। ਦ ਟੈਂਡੈਂਸੀ ਆਫ ਐਨ ਐਟਮ ਆਫ ਐਨ ਐਲੀਮੈਂਟ to attract the shared pair of electrons। ਪਹਿਲਾਂ ਇਹਨਾਂ ਦਾ ਮੀਨਿੰਗ ਆਪਾਂ ਦੇਖ ਲਈਏ। ਟੈਂਡੈਂਸੀ ਹੁੰਦੀ ਹੈ ਸਮਰੱਥਾ, ਕਿਸੇ ਵੀ ਐਲੀਮੈਂਟ ਦੇ ਐਟਮਸ ਦੀ ਸਮਰੱਥਾ ਕਾਹਦੇ ਲਈ? ਟੂ ਅਟਰੈਕਟ ਦਾ ਸ਼ੇਅਰਡ ਪੇਅਰ ਆਫ ਇਲੈਕਟ੍ਰੋਨਸ, ਕਿ ਜਿਹੜਾ ਇਲੈਕਟ੍ਰੋਨਸ ਨੇ ਇੱਕ ਸ਼ੇਅਰਿੰਗ ਦੇ ਨਾਲ ਪੇਅਰ ਬਣਾਇਆ ਹੋਇਆ। ਕਿਵੇਂ ਸ਼ੇਅਰਿੰਗ ਦੇ ਨਾਲ ਪੇਅਰ ਬਣਦਾ ਇਹ ਵੀ ਤੁਹਾਨੂੰ ਦੱਸ ਦੇਣਾ ਇੱਥੇ। ਪਹਿਲੇ ਡੈਫੀਨੇਸ਼ਨ ਪੂਰੀ ਕਰ ਲਈਏ। ਕਿਸੇ ਵੀ ਐਲੀਮੈਂਟ ਦੇ ਐਟਮ ਦੀ ਸਮਰੱਥਾ ਸ਼ੇਅਰਡ ਪੇਅਰ ਵਾਲੇ ਇਲੈਕਟ੍ਰੋਨਸ ਨੂੰ ਖਿੱਚਣ ਦੀ, ਕਿਸ ਪਾਸੇ ਖਿੱਚਣ ਦੀ? ਟੂਵਰਡਸ, ਅੱਗੇ ਨੈਕਸਟ ਹੈ ਇਹਦੇ 'ਚ ਟੂਵਰਡਸ itself in a covalent bond is called the electronegativity। ਕਿਸੇ ਵੀ ਕੋਵਲੈਂਟ ਬੌਂਡ ਦੇ ਵਿੱਚ ਕਿਸੇ ਐਲੀਮੈਂਟ ਦੇ ਐਟਮਸ ਦੀ ਸਮਰੱਥਾ ਕਿ ਜਿਹੜੇ ਸ਼ੇਅਰਡ ਪੇਅਰ ਵਾਲੇ ਇਲੈਕਟ੍ਰੋਨਸ ਨੇ। ਕੋਵਲੈਂਟ ਬੌਂਡ ਜਿਹੜਾ ਹੈ ਇਹ ਸ਼ੇਅਰਿੰਗ ਆਫ ਇਲੈਕਟ੍ਰੋਨਸ ਦੇ ਨਾਲ ਬਣਦਾ ਹੈ ਕਿ ਦੋ ਐਲੀਮੈਂਟਸ ਨੇ ਜਦੋਂ ਉਹ ਆਪਸ 'ਚ ਆਪਣੇ ਇਲੈਕਟ੍ਰੋਨਸ ਸ਼ੇਅਰ ਕਰਦੇ ਆ ਫਿਰ ਕੋਵਲੈਂਟ ਬੌਂਡ ਬਣਦਾ। ਤਾਂ ਫਿਰ ਉਹ ਸ਼ੇਅਰਡ ਪੇਅਰ ਵਾਲੇ ਇਲੈਕਟ੍ਰੋਨਸ ਨੂੰ ਆਪਣੇ ਵੱਲ ਖਿੱਚਣ ਦੀ ਜਿਹੜੀ ਸਮਰੱਥਾ ਹੈ ਕਿਸੇ ਵੀ ਐਲੀਮੈਂਟ ਦੀ, ਉਸ ਨੂੰ ਇਲੈਕਟ੍ਰੋਨੈਗੇਟਿਵਿਟੀ ਦਾ ਨਾਮ ਦਿੱਤਾ ਜਾਂਦਾ ਹੈ। ਅਤੇ ਇਹਦੀ ਤੁਹਾਨੂੰ ਇੱਕ ਐਗਜ਼ਾਮਪਲ ਇੱਥੇ ਬਣਾ ਕੇ ਦੱਸਦਾ ਮੈਂ। ਕੋਵਲੈਂਟ ਬੌਂਡ ਦੇ ਬਾਰੇ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਕਿ ਇਹ ਸ਼ੇਅਰਿੰਗ ਆਫ ਇਲੈਕਟ੍ਰੋਨਸ ਦੇ ਨਾਲ ਬਣਦਾ। ਅਤੇ ਇੱਕ ਬੌਂਡ ਸਾਡੇ ਕੋਲ ਬਣਦਾ HCl ਦੇ ਵਿੱਚ। ਹਾਈਡਰੋਜਨ ਕਲੋਰਾਈਡ ਗੈਸ ਜਿਹੜੀ HCl ਗੈਸ ਹੁੰਦੀ ਹੈ, ਇਹਦੇ ਵਿੱਚ ਜਿਹੜਾ ਬੌਂਡ ਬਣਿਆ ਹੁੰਦਾ ਉਹ ਕੋਵਲੈਂਟ ਬੌਂਡ ਹੁੰਦਾ, ਸ਼ੇਅਰਿੰਗ ਆਫ ਇਲੈਕਟ੍ਰੋਨਸ ਦੇ ਨਾਲ ਬਣਦਾ। ਕਿਵੇਂ ਬਣਦਾ ਇਹ? ਹਾਈਡਰੋਜਨ ਦਾ ਐਟੋਮਿਕ ਨੰਬਰ 1 ਹੁੰਦਾ, ਇਹਦੇ ਆਊਟਰਮੋਸਟ ਸ਼ੈੱਲ 'ਚ ਇੱਕ ਇਲੈਕਟ੍ਰੋਨ ਹੁੰਦਾ, ਉਹਨੂੰ ਇੱਕ ਡਾਟ ਦੇ ਨਾਲ ਆਪਾਂ ਇੱਥੇ ਸ਼ੋਅ ਕਰ ਦਿੰਦੇ ਹਾਂ। ਇਹ ਜਿਹੜੇ ਡਾਟ ਹੈ ਇਹਨਾਂ ਨੂੰ ਲੂਇਸ ਸਿੰਬਲਸ ਕਿਹਾ ਜਾਂਦਾ। ਇਹ ਤੁਸੀਂ ਪਹਿਲਾਂ ਵੀ ਪੜ੍ਹੇ ਹੋਏ ਆ ਲੂਇਸ ਸਿੰਬਲਸ ਜਿਹੜੇ ਹੈ 10th ਕਲਾਸ ਦੇ ਵਿੱਚ ਵੀ ਤੁਸੀਂ ਡਿਸਕਸ ਕਰਦੇ ਇਹਨਾਂ ਦੇ ਬਾਰੇ। ਨੈਕਸਟ ਕਲੋਰੀਨ ਥੋੜ੍ਹਾ ਜਿਹਾ ਇੱਥੇ ਬਣਾ ਲਈਏ ਆਪਾਂ। ਕਲੋਰੀਨ ਦਾ ਐਟੋਮਿਕ ਨੰਬਰ ਜੋ ਹੈ ਉਹ 17 ਹੁੰਦਾ ਅਤੇ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਪਾਂ ਲਿਖ ਕੇ ਦੇਖੀਏ 1s2 2s2 2p6 3s2 3p5 3p5 ਤੱਕ ਕੰਪਲੀਟ ਹੋ ਜਾਂਦੀ ਹੈ ਕਿਉਂਕਿ ਦੇਖ ਲਈਏ 17 ਇਲੈਕਟ੍ਰੋਨ ਹੋ ਜਾਂਦੇ ਆ। 2 ਅਤੇ 2 4 ਅਤੇ 6 10 2 12 ਅਤੇ 5 17। ਅਤੇ ਆਹ ਜਿਹੜਾ ਇਹਦਾ ਹਾਈਐਸਟ ਪ੍ਰਿੰਸੀਪਲ ਕੁਆਂਟਮ ਨੰਬਰ ਹੈ 3s ਅਤੇ 3p। ਇਹਦੇ 'ਚ ਜਿਹੜੇ ਇਲੈਕਟ੍ਰੋਨ ਆਉਂਦੇ ਆ ਟੋਟਲ 2, ਇਹਦੇ 'ਚ 5, ਇਹਦੇ 'ਚ ਟੋਟਲ 7 ਇਲੈਕਟ੍ਰੋਨ ਹੋ ਗਏ। ਮਤਲਬ ਇਹਦਾ ਆਊਟਰਮੋਸਟ ਸ਼ੈੱਲ ਦੇ ਇਲੈਕਟ੍ਰੋਨ ਹੈ। ਮਤਲਬ ਕਲੋਰੀਨ ਦੇ ਆਊਟਰਮੋਸਟ ਸ਼ੈੱਲ 'ਚ 7 ਇਲੈਕਟ੍ਰੋਨ ਹੁੰਦੇ ਆ ਅਤੇ ਇੱਥੇ ਇਹਨਾਂ ਨੂੰ ਵੀ ਲੂਇਸ ਸਿੰਬਲਸ ਦੇ ਦੁਆਰਾ ਆਪਾਂ ਡਿਨੋਟ ਕਰ ਦਿੰਦੇ ਹਾਂ ਡਾਟ ਬਣਾ ਕੇ। ਜਿੰਨੇ ਡਾਟ ਮਤਲਬ ਉਨੇ ਆਊਟਰਮੋਸਟ ਸ਼ੈੱਲ 'ਚ ਇਲੈਕਟ੍ਰੋਨ, ਇਹ ਹੁੰਦੇ ਲੂਇਸ ਸਿੰਬਲ। ਇਹ ਨੈਕਸਟ ਚੈਪਟਰ 'ਚ ਵੀ ਵੈਸੇ ਪੜ੍ਹਨੇ, ਤੁਸੀਂ 10th 'ਚ ਵੀ ਪੜ੍ਹ ਚੁੱਕੇ ਆ। ਸੋ ਇਹ ਫਿਰ ਹਾਈਡਰੋਜਨ ਆਪਣਾ ਇੱਕ ਇਲੈਕਟ੍ਰੋਨ ਕਲੋਰੀਨ ਦੇ ਨਾਲ ਸ਼ੇਅਰ ਕਰ ਲੈਂਦਾ, ਇਹ ਆਪਣੀ ਵੈਲੈਂਸੀ ਫੁੱਲਫਿਲ ਕਰ ਲੈਂਦਾ। ਵੈਲੈਂਸੀ ਫੁੱਲਫਿਲ ਕਰਨ ਦੇ ਲਈ ਇਹ ਆਪਸ 'ਚ ਇਲੈਕਟ੍ਰੋਨ ਸ਼ੇਅਰ ਕਰਦੇ ਆ ਕਿਉਂਕਿ ਹਾਈਡਰੋਜਨ ਨੂੰ ਸਟੇਬਿਲਿਟੀ ਗੇਨ ਕਰਨ ਦੇ ਲਈ 2 ਇਲੈਕਟ੍ਰੋਨਸ ਜਿਹੜੇ ਆ ਉਹ ਹੋਣੇ ਚਾਹੀਦੇ ਆ ਕਿਉਂਕਿ ਹਾਈਡਰੋਜਨ ਤੋਂ ਜਸਟ ਬਾਅਦ ਇੱਕ ਨੋਬਲ ਗੈਸ ਹੀਲੀਅਮ ਹੁੰਦੀ ਹੈ। ਸੋ ਨੋਬਲ ਗੈਸਸ ਜਿਹੜੀਆਂ ਨੇ ਉਹ ਹਾਈਲੀ ਸਟੇਬਲ ਗੈਸਸ ਨੇ ਪੀਰੀਓਡਿਕ ਟੇਬਲ ਦੀਆਂ। ਅਤੇ ਪੀਰੀਓਡਿਕ ਟੇਬਲ ਦਾ ਹਰ ਇੱਕ ਜਿਹੜਾ ਐਲੀਮੈਂਟ ਹੈ ਉਹ ਇਹ ਚਾਹੁੰਦਾ ਹੈ ਕਿ ਮੈਂ ਕੁਛ ਇਲੈਕਟ੍ਰੋਨਸ ਆਪਣੇ ਜਾਂ ਤਾਂ ਕਿਸੇ ਨੂੰ ਡੋਨੇਟ ਕਰਕੇ ਜਾਂ ਕਿਸੇ ਦੇ ਕੋਲੋਂ ਗੇਨ ਕਰਕੇ ਮੈਂ ਨੋਬਲ ਗੈਸ ਦੀ ਤਰ੍ਹਾਂ ਜੋ ਹੈ ਉਹ ਇਲੈਕਟ੍ਰੋਨਿਕ ਕਨਫੀਗਰੇਸ਼ਨ ਬਣਾ ਲਵਾਂ। ਸੋ ਇਸੇ ਲਈ ਹਾਈਡਰੋਜਨ ਹੀਲੀਅਮ ਦੀ ਤਰ੍ਹਾਂ ਬਣਨਾ ਚਾਹੁੰਦਾ ਹੈ ਤਾਂ ਇੱਕ ਇਲੈਕਟ੍ਰੋਨ ਇਹ ਕਲੋਰੀਨ ਵਾਲਾ ਸ਼ੇਅਰ ਕਰ ਲੈਂਦਾ। ਇਸ ਤਰ੍ਹਾਂ ਕਲੋਰੀਨ ਦੇ ਵੀ ਆਊਟਰਮੋਸਟ ਸ਼ੈੱਲ 'ਚ 7 ਇਲੈਕਟ੍ਰੋਨ ਹੈ, ਜਦ ਕਿ ਕਲੋਰੀਨ ਤੋਂ ਜਸਟ ਬਾਅਦ ਇੱਕ ਨੋਬਲ ਗੈਸ ਹੁੰਦੀ ਹੈ ਆਰਗਨ, ਜਿਸ ਦਾ ਐਟੋਮਿਕ ਨੰਬਰ ਹੁੰਦਾ 18। ਸੋ ਕਲੋਰੀਨ ਨੂੰ ਵੀ ਇੱਕ ਇਲੈਕਟ੍ਰੋਨ ਦੀ ਜ਼ਰੂਰਤ ਹੈ ਨੋਬਲ ਗੈਸ ਕਨਫੀਗਰੇਸ਼ਨ ਅਟੇਨ ਕਰਨ ਦੇ ਲਈ। ਸੋ ਕਲੋਰੀਨ ਵੀ ਕਿਆ ਕਰਦਾ ਹੈ, ਆਹ ਜਿਹੜਾ ਆਪਣਾ ਇੱਕ ਇਲੈਕਟ੍ਰੋਨ ਹੈ ਇਹ ਹਾਈਡਰੋਜਨ ਦੇ ਨਾਲ ਸ਼ੇਅਰ ਕਰ ਲੈਂਦਾ ਅਤੇ ਹਾਈਡਰੋਜਨ ਦਾ ਇਲੈਕਟ੍ਰੋਨ ਵੀ ਆਪਣੇ ਨਾਲ ਇੱਥੇ ਸ਼ੇਅਰ ਕਰਕੇ ਇਸ ਤਰ੍ਹਾਂ ਇਹ ਬੌਂਡ ਬਣਾ ਲੈਂਦਾ। ਸੋ ਆਹ ਜਿਹੜਾ ਸ਼ੇਅਰਿੰਗ ਦੇ ਨਾਲ ਬੌਂਡ ਬਣਿਆ ਦੋਨਾਂ ਦੇ ਵਿਚਕਾਰ, ਆਹ 2 ਇਲੈਕਟ੍ਰੋਨ ਹਾਈਡਰੋਜਨ ਦੇ ਕੋਲ ਵੀ ਹੈਗੇ ਆ, ਆਹ 2 ਇਲੈਕਟ੍ਰੋਨ ਕਲੋਰੀਨ ਦੇ ਕੋਲ ਵੀ ਹੈਗੇ। ਮਤਲਬ ਕਲੋਰੀਨ ਦਾ ਆਪਣਾ ਇੱਕੋ ਇਲੈਕਟ੍ਰੋਨ ਹੈ ਬਟ ਇਹਨੇ ਸ਼ੇਅਰ ਕਰ ਲਿਆ ਹਾਈਡਰੋਜਨ ਦਾ, ਇਹਦਾ ਵੀ ਆਕਟੈਟ ਕੰਪਲੀਟ ਹੋ ਗਿਆ। ਆਕਟੈਟ ਕਹਿੰਦੇ ਅਸ਼ਟਕ ਨੂੰ, ਮਤਲਬ ਇਹਦੇ ਆਊਟਰਮੋਸਟ ਸ਼ੈੱਲ 'ਚ 8 ਇਲੈਕਟ੍ਰੋਨ ਹੋ ਗਏ, ਸ਼ੈੱਲ ਕੰਪਲੀਟ ਹੋ ਗਿਆ, ਨੋਬਲ ਗੈਸ ਕਨਫੀਗਰੇਸ਼ਨ ਅਟੇਨ ਕਰ ਲਈ। ਅਤੇ ਇਸੇ ਤਰ੍ਹਾਂ ਹਾਈਡਰੋਜਨ ਨੇ ਵੀ ਇਲੈਕਟ੍ਰੋਨ ਸ਼ੇਅਰ ਕਰ ਲਿਆ, ਇਹਨੇ ਵੀ ਨੋਬਲ ਗੈਸ ਕਨਫੀਗਰੇਸ਼ਨ ਅਟੇਨ ਕਰ ਲਈ।
ਸੋ ਇਹ ਕੋਵੈਲੈਂਟ ਬੌਂਡ ਹੁੰਦਾ ਹੈ। ਇਹ ਨੈਕਸਟ ਚੈਪਟਰ 'ਚ ਵੀ ਪੜ੍ਹਨਾ ਹੈ, ਤੁਹਾਨੂੰ ਇੱਥੇ ਦੱਸ ਰਿਹਾ ਮੈਂ ਇਹ। ਇਸ ਕੋਵੈਲੈਂਟ ਬੌਂਡ ਦੇ ਵਿੱਚ ਆ ਜਿਹੜਾ ਸ਼ੇਅਰਡ ਪੇਅਰ ਹੈ, ਸ਼ੇਅਰਡ ਪੇਅਰ ਦੇ ਇਲੈਕਟ੍ਰੋਨਸ ਨੂੰ ਆਪਣੇ ਵੱਲ ਖਿੱਚਣ ਦੀ ਜਿਹੜੀ ਸਮਰੱਥਾ ਹੈ ਉਸ ਨੂੰ ਇਲੈਕਟ੍ਰੋਨੈਗੇਟਿਵਿਟੀ ਕਿਹਾ ਜਾਂਦਾ ਹੈ, ਜੋ ਤੁਸੀਂ ਡੈਫੀਨੇਸ਼ਨ 'ਚ ਪੜ੍ਹਿਆ। ਸੋ ਇੱਥੇ ਕਲੋਰੀਨ ਦੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਹੈ, ਤਾਂ ਫਿਰ ਕਲੋਰੀਨ ਕਿਆ ਕਰਦਾ ਹੈ, ਆਪ ਉੱਥੇ ਰਹਿੰਦਾ ਆਪਣੀ ਥਾਂ ਦੇ ਉੱਤੇ, ਆਪਣੇ ਇਲੈਕਟ੍ਰੋਨਸ ਐਜ਼ ਇਟ ਇਜ਼ ਰਹਿੰਦੇ ਆ, ਅਤੇ ਆਹ ਹਾਈਡਰੋਜਨ ਦੇ ਇਲੈਕਟ੍ਰੋਨ ਨੂੰ ਵੀ ਆਪਣੇ ਵੱਲ ਖਿੱਚ ਲੈਂਦਾ ਹੈ, ਹਾਈਡਰੋਜਨ ਵੀ ਇਹਦੇ ਨੇੜੇ ਆ ਜਾਂਦਾ। ਸੋ ਇਸ ਤਰ੍ਹਾਂ ਇਹ ਬੌਂਡ ਬਣ ਜਾਂਦਾ ਹੈ, ਹਾਈਡਰੋਜਨ ਵੀ ਨੇੜੇ ਆ ਗਿਆ ਇਹਦੇ। ਸੋ ਇੱਥੇ ਕਲੋਰੀਨ ਜੋ ਹੈ ਇਹਦੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਹੈ, ਇਹ ਸ਼ੇਅਰਡ ਪੇਅਰ ਦੇ ਇਲੈਕਟ੍ਰੋਨਸ ਨੂੰ ਆਪਣੇ ਵੱਲ ਖਿੱਚ ਲੈਂਦਾ। ਸੋ ਇਹਨੂੰ ਇਲੈਕਟ੍ਰੋਨੈਗੇਟਿਵਿਟੀ ਦਾ ਨਾਮ ਦਿੱਤਾ ਜਾਂਦਾ ਹੈ। ਕਿਉਂ ਕਲੋਰੀਨ ਦੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਹੈ, ਆਪਾਂ ਵੇਰੀਏਸ਼ਨ 'ਚ ਡਿਸਕਸ ਕਰਾਂਗੇ, ਵੇਰੀਏਸ਼ਨ ਅਲੋਂਗ ਦਾ ਪੀਰੀਅਡ 'ਚ। ਸੋ ਮੇਰੇ ਖਿਆਲ 'ਚ ਡੈਫੀਨੇਸ਼ਨ ਤੁਹਾਨੂੰ ਸਮਝ ਲੱਗ ਗਈ ਹੋਵੇਗੀ। ਇੱਕ ਹੋਰ ਡੈਫੀਨੇਸ਼ਨ ਵੀ ਹੈ ਇਸ ਦੀ ਔਰ ਪਾ ਕੇ, ਦ ਟੈਂਡੈਂਸੀ ਆਫ ਐਨ ਐਟਮ ਆਫ ਐਨ ਐਲੀਮੈਂਟ to attract the electrons towards itself is called electronegativity। ਕਿਸੇ ਵੀ ਐਲੀਮੈਂਟ ਦੇ ਐਟਮਸ ਦੀ ਸਮਰੱਥਾ, ਕਾਹਦੇ ਲਈ ਸਮਰੱਥਾ, ਇਲੈਕਟ੍ਰੋਨਸ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ, ਉਸ ਨੂੰ ਵੀ ਇਲੈਕਟ੍ਰੋਨੈਗੇਟਿਵਿਟੀ ਦਾ ਨਾਮ ਹੀ ਦਿੱਤਾ ਜਾਂਦਾ ਹੈ। ਕਿ ਕੋਈ ਵੀ ਐਲੀਮੈਂਟ ਹੈ, ਜੇਕਰ ਉਹ ਕਿਸੇ ਦੂਜੇ ਐਲੀਮੈਂਟ ਦੇ ਇਲੈਕਟ੍ਰੋਨਸ ਨੂੰ ਆਪਣੇ ਵੱਲ ਖਿੱਚ ਲੈਂਦਾ ਤਾਂ ਉਸ ਨੂੰ ਵੀ ਸਿੰਪਲੀ ਇਲੈਕਟ੍ਰੋਨੈਗੇਟਿਵਿਟੀ ਕਿਹਾ ਜਾਂਦਾ ਹੈ। ਸੋ ਉਸੇ ਤਰ੍ਹਾਂ ਇਸ ਦੀ ਵੀ ਵੇਰੀਏਸ਼ਨ ਦੋ ਤਰ੍ਹਾਂ ਦੀ ਹੈ। ਦ ਇਲੈਕਟ੍ਰੋਨੈਗੇਟਿਵਿਟੀ ਆਲਸੋ ਸ਼ੋ ਵੇਰੀਏਸ਼ਨ ਇਨ ਟੂ ਵੇਜ਼। ਨੰਬਰ 1 ਵੇਰੀਏਸ਼ਨ ਅਲੋਂਗ ਦਾ ਪੀਰੀਅਡ। ਉਸੇ ਤਰ੍ਹਾਂ ਅਲੋਂਗ ਦਾ ਪੀਰੀਅਡ ਜਦੋਂ ਆਪਾਂ ਮੂਵ ਕਰਦੇ ਹਾਂ ਤਾਂ ਤੁਸੀਂ ਇਹ ਚੀਜ਼ ਪਹਿਲਾਂ ਵੀ ਡਿਸਕਸ ਕੀਤੀ ਹੋਈ ਹੈ, ਜੋ ਤੁਹਾਨੂੰ ਪਹਿਲਾਂ ਵੀ ਪੀਰੀਓਡਿਕ ਟੇਬਲ ਦੇ ਜਿਹੜੇ ਐਲੀਮੈਂਟਸ ਸੀ ਉਹ ਬਣਾ ਕੇ ਦੱਸੇ ਸੀ ਇੱਥੇ, ਕਿ ਕਿਵੇਂ ਆਪਾਂ ਸੈਕਿੰਡ ਪੀਰੀਅਡ ਜਿਹੜਾ ਉਹ ਡਿਸਕਸ ਕਰਦੇ ਹਾਂ। ਇਸ ਤਰ੍ਹਾਂ ਜਿਵੇਂ ਆ ਲਿਖਿਆ ਹੀ ਹੋਇਆ, ਲੀਥੀਅਮ, ਬੈਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ। ਜਿਵੇਂ ਜਿਵੇਂ ਲੈਫਟ ਟੂ ਰਾਈਟ ਜਾਂਦੇ ਆ, ਅਟੋਮਿਕ ਨੰਬਰ ਵੱਧਦਾ ਜਾਂਦਾ ਹੈ। ਅਟੋਮਿਕ ਨੰਬਰ ਵਧਣ ਦੇ ਨਾਲ ਨੰਬਰ ਆਫ ਪ੍ਰੋਟੋਨਸ ਵੀ ਵੱਧਦੇ ਜਾਂਦੇ ਆ। ਜੇ ਨੰਬਰ ਆਫ ਪ੍ਰੋਟੋਨ ਵਧਦੇ ਆ ਤਾਂ ਇਹਦਾ ਮਤਲਬ ਇਹ ਜਿਹੜੇ ਆਊਟਰ ਮੋਸਟ ਸ਼ੈਲ ਦੇ ਇਲੈਕਟ੍ਰੋਨਸ ਹੈ ਇਹਨਾਂ ਦੇ ਪ੍ਰਤੀ ਅਟਰੈਕਸ਼ਨ ਵੀ ਵੱਧਦੀ ਜਾਂਦੀ ਹੈ। ਆਊਟਰ ਮੋਸਟ ਸ਼ੈਲ ਦੇ ਇਲੈਕਟ੍ਰੋਨਸ ਦੇ ਲਈ ਤਾਂ ਅਟਰੈਕਸ਼ਨ ਵੱਧਦੀ ਹੀ ਜਾਂਦੀ ਹੈ, ਬਟ ਜੇ ਕਿਸੇ ਇਲੈਕਟ੍ਰੋਨ ਨੇ ਬਾਹਰੋਂ ਆ ਕੇ ਵੀ ਐਡ ਹੋਣਾ ਤਾਂ ਉਹਦੇ ਲਈ ਵੀ ਅਟਰੈਕਸ਼ਨ ਵੱਧਦੀ ਜਾਂਦੀ ਹੈ। ਜਿਵੇਂ ਤੁਸੀਂ ਇਲੈਕਟ੍ਰੋਨ ਗੇਨ ਐਂਥੈਲਪੀ 'ਚ ਪੜ੍ਹਿਆ ਕਿ ਦਾ ਅਟਰੈਕਸ਼ਨ ਫॉर ਦਾ ਇਨਕਮਿੰਗ ਇਲੈਕਟ੍ਰੋਨ ਇਨਕਰੀਜ਼ਸ, ਇੱਥੇ ਵੀ ਉਹੀ ਕੰਡੀਸ਼ਨ ਹੈ ਕਿ ਜਿਹੜਾ ਬਾਹਰੋਂ ਆ ਕੇ ਇਲੈਕਟ੍ਰੋਨ ਐਡ ਹੋਣਾ ਉਹਦੇ ਲਈ ਵੀ ਫਿਰ ਅਟਰੈਕਸ਼ਨ ਵੱਧਦੀ ਜਾਂਦੀ ਹੈ। ਜੇ ਅਟਰੈਕਸ਼ਨ ਵੱਧ ਗਈ ਤਾਂ ਇਟ ਮੀਨਸ ਇਲੈਕਟ੍ਰੋਨੈਗੇਟਿਵਿਟੀ ਵੀ ਵੱਧਦੀ ਜਾਂਦੀ ਹੈ। ਸੋ ਇਸ ਤਰ੍ਹਾਂ ਅਲੋਂਗ ਦਾ ਪੀਰੀਅਡ ਜਦੋਂ ਆਪਾਂ ਜਾਂਦੇ ਹਾਂ ਤਾਂ ਇਲੈਕਟ੍ਰੋਨੈਗੇਟਿਵਿਟੀ ਇਨਕਰੀਜ਼ ਕਰਦੀ ਹੈ। ਰੀਜ਼ਨ ਉਹੀ ਸੇਮ ਹੈ ਜੋ ਤੁਸੀਂ ਪਹਿਲਾਂ 'ਚ ਪੜ੍ਹਿਆ। ਇਸੇ ਤਰ੍ਹਾਂ ਜੇ ਡਾਊਨ ਦਾ ਗਰੁੱਪ ਜਾਂਦੇ ਹਾਂ ਤਾਂ ਨੰਬਰ ਆਫ ਇਲੈਕਟ੍ਰੋਨਸ ਇਨਕਰੀਜ਼ ਕਰ ਰਹੇ ਆ। ਇਸੇ ਤਰ੍ਹਾਂ ਨੰਬਰ ਆਫ ਸਬ ਸ਼ੈਲ ਜਿਹੜੇ ਆ ਉਹ ਵੀ ਤੁਸੀਂ ਪੜ੍ਹਿਆ ਸੀ, ਇਨਕਰੀਜ਼ ਕਰਦੇ ਆ ਨਿਊਕਲੀਅਸ ਦੇ ਸਰਾਊਂਡਡ, ਜਿਹੜੇ ਨਿਊਕਲੀਅਰ ਚਾਰਜ ਨੂੰ ਸ਼ੀਲਡ ਕਰ ਦਿੰਦੇ ਆ, ਜਾਮ ਕਰ ਦਿੰਦੇ ਆ, ਰੋਕ ਦਿੰਦੇ ਆ ਕਿ ਨਿਊਕਲੀਅਰ ਚਾਰਜ ਅੱਗੇ ਤੋਂ ਅੱਗੇ ਘਟ ਜਾਵੇ। ਸੋ ਅੱਗੇ ਤੋਂ ਅੱਗੇ ਨਿਊਕਲੀਅਰ ਚਾਰਜ ਘਟਦਾ ਜਾ ਰਿਹਾ, ਮਤਲਬ ਜਿਹੜਾ ਇਨਕਮਿੰਗ ਇਲੈਕਟ੍ਰੋਨ ਹੈ ਉਹਦੇ ਲਈ ਫਿਰ ਅਟਰੈਕਸ਼ਨ ਜਿਹੜੀ ਹੈ ਨਿਊਕਲੀਅਸ ਦੀ ਉਹ ਘਟ ਜਾਣੀ ਹੈ। ਜੇ ਅਟਰੈਕਸ਼ਨ ਘਟ ਗਈ ਤਾਂ ਇਟ ਮੀਨਸ ਜਿਹੜੀ ਇਲੈਕਟ੍ਰੋਨੈਗੇਟਿਵਿਟੀ ਉਹ ਵੀ ਘਟ ਜਾਂਦੀ ਹੈ। ਸੋ ਮਤਲਬ ਡਾਊਨ ਦਾ ਗਰੁੱਪ ਜਦੋਂ ਆਪਾਂ ਮੂਵ ਕਰਦੇ ਹਾਂ ਤਾਂ ਇਲੈਕਟ੍ਰੋਨੈਗੇਟਿਵਿਟੀ ਡਿਕਰੀਜ਼ ਹੁੰਦੀ ਜਾਂਦੀ ਹੈ। ਸੋ ਇਹ ਆਪਾਂ ਵੇਰੀਏਸ਼ਨ ਇਹਦੇ 'ਚ ਡਿਸਕਸ ਕਰਨੀ ਹੈ। ਪਹਿਲਾਂ ਅਲੋਂਗ ਦਾ ਪੀਰੀਅਡ 'ਚ, ਐਜ਼ ਵੀ ਮੂਵ ਅਲੋਂਗ ਦਾ ਪੀਰੀਅਡ ਦਾ ਇਲੈਕਟ੍ਰੋਨੈਗੇਟਿਵਿਟੀ ਇਨਕਰੀਜ਼ਸ। ਜਦੋਂ ਕਹਿੰਦੇ ਆਪਾਂ ਅਲੋਂਗ ਦਾ ਪੀਰੀਅਡ ਮੂਵ ਕਰਦੇ ਹਾਂ ਲੈਫਟ ਟੂ ਰਾਈਟ, ਇਲੈਕਟ੍ਰੋਨੈਗੇਟਿਵਿਟੀ ਵੱਧਦੀ ਜਾਂਦੀ ਹੈ, ਬਿਕੋਜ਼ ਔਨ ਮੂਵਿੰਗ ਅਲੋਂਗ ਦਾ ਪੀਰੀਅਡ, ਆ ਨੀਚੇ ਲਿਖਿਆ ਹੋਇਆ ਫਿਰ ਅੱਗੇ, ਵਿਦ ਦ ਇਨਕਰੀਜ਼ ਇਨ ਅਟੋਮਿਕ ਨੰਬਰ ਦ ਨਿਊਕਲੀਅਰ ਚਾਰਜ ਇਨਕਰੀਜ਼ਸ। ਆ ਲਾਈਨ ਇੱਥੇ ਐਡ ਕਰ ਲੈਣੀ ਹੈ, ਮੈਂ ਐਰੋ ਪਾਇਆ ਹੋਇਆ, ਵਿਦ ਦ ਇਨਕਰੀਜ਼ ਇਨ ਅਟੋਮਿਕ ਨੰਬਰ ਦ ਨਿਊਕਲੀਅਰ ਚਾਰਜ ਇਨਕਰੀਜ਼ਸ, ਵਿਚ ਇਨਕਰੀਜ਼ਸ ਦਾ ਅਟਰੈਕਸ਼ਨ ਫॉर ਦ ਇਨਕਮਿੰਗ ਇਲੈਕਟ੍ਰੋਨ। ਜਿਹੜਾ ਫਿਰ ਇਨਕਮਿੰਗ ਇਲੈਕਟ੍ਰੋਨ ਦੇ ਲਈ ਅਟਰੈਕਸ਼ਨ ਵਧਾ ਦਿੰਦਾ ਹੈ, ਕਿਉਂਕਿ ਨਿਊਕਲੀਅਰ ਚਾਰਜ ਵੱਧ ਗਿਆ ਤਾਂ ਬਾਹਰੋਂ ਜਿਹੜਾ ਇਲੈਕਟ੍ਰੋਨ ਆਉਣਾ ਹੈ ਉਹਦੇ ਲਈ ਵੀ ਅਟਰੈਕਸ਼ਨ ਵੱਧ ਜਾਂਦੀ ਹੈ। ਹੈਂਸ ਦ ਇਲੈਕਟ੍ਰੋਨ ਕਮਸ ਕਲੋਜ਼ਰ ਟੂ ਦ ਨਿਊਕਲੀਅਸ, ਜਿਹਦੇ ਕਰਕੇ ਫਿਰ ਜਿਹੜਾ ਇਲੈਕਟ੍ਰੋਨ ਹੈ ਉਹ ਨਿਊਕਲੀਅਸ ਦੇ ਨੇੜੇ ਆ ਜਾਂਦਾ ਹੈ, ਕਿਉਂਕਿ ਅਟਰੈਕਸ਼ਨ ਵੱਧ ਜਾਂਦੀ ਹੈ। ਸੋ ਇਸੇ ਕਰਕੇ ਤੁਹਾਨੂੰ ਮੈਂ ਦੱਸਿਆ ਕਿ ਕਲੋਰੀਨ ਜਿਹੜਾ ਹੈ, ਹੁਣ ਇਸੇ ਤਰ੍ਹਾਂ ਆਪਾਂ ਲੈਫਟ ਟੂ ਰਾਈਟ ਥਰਡ ਪੀਰੀਅਡ 'ਚ ਜਾਵਾਂਗੇ ਤਾਂ ਇੱਥੇ ਤੱਕ ਜਾਂਦੇ ਕਲੋਰੀਨ ਦੀ ਇਲੈਕਟ੍ਰੋਨੈਗੇਟਿਵਿਟੀ ਇਸ ਥਰਡ ਪੀਰੀਅਡ 'ਚ ਸਭ ਤੋਂ ਜ਼ਿਆਦਾ ਹੋ ਜਾਂਦੀ ਹੈ। ਸੋ ਇਸੇ ਕਰਕੇ ਇਲੈਕਟ੍ਰੋਨੈਗੇਟਿਵਿਟੀ ਜਿਹੜੀ ਹੈ ਉਹ ਲੈਫਟ ਟੂ ਰਾਈਟ ਜਾਂਦੇ ਆ ਵੱਧਦੀ ਜਾਂਦੀ ਹੈ। ਜਿਵੇਂ ਪਹਿਲਾਂ ਦੱਸਿਆ ਸੀ ਕਿ ਹਾਈਡਰੋਜਨ ਤੇ ਕਲੋਰੀਨ ਦੇ ਵਿੱਚ ਕਲੋਰੀਨ ਦੀ ਇਲੈਕਟ੍ਰੋਨੈਗੇਟਿਵਿਟੀ ਜ਼ਿਆਦਾ ਹੈ। ਸੋ ਇਸੇ ਤਰ੍ਹਾਂ ਨੈਕਸਟ ਵੇਰੀਏਸ਼ਨ ਡਾਊਨ ਦਾ ਗਰੁੱਪ। ਡਾਊਨ ਦਾ ਗਰੁੱਪ ਵੀ ਦੱਸਿਆ ਮੈਂ ਤੁਹਾਨੂੰ, ਐਜ਼ ਵੀ ਮੂਵ ਡਾਊਨ ਦਾ ਗਰੁੱਪ ਦਾ ਇਲੈਕਟ੍ਰੋਨੈਗੇਟਿਵਿਟੀ ਡਿਕਰੀਜ਼ਸ, ਘਟਦੀ ਜਾਂਦੀ ਹੈ। ਕਿਉਂ? because on moving down the group the number of electrons and the number of subshells increases। ਉਸੇ ਤਰ੍ਹਾਂ ਹੀ ਇਹ ਜਿਹੜੇ ਨੰਬਰ ਆਫ ਇਲੈਕਟ੍ਰੋਨਸ ਵੀ ਨੇ ਤੇ ਨੰਬਰ ਆਫ ਸਬਸ਼ੈਲਸ ਵੀ ਨੇ ਉਹ ਵੱਧਦੇ ਜਾਂਦੇ ਆ ਅਰਾਊਂਡ ਦਾ ਨਿਊਕਲੀਅਸ ਦੇ ਆਲੇ ਦੁਆਲੇ, ਵਿਚ ਸ਼ੀਲਡ ਦਾ
ਨਿਊਕਲੀਅਰ ਚਾਰਜ ਜਿਹੜੇ ਨਿਊਕਲੀਅਰ ਚਾਰਜ ਨੂੰ ਸ਼ੀਲਡ ਕਰ ਦਿੰਦੇ ਆ, ਰੋਕ ਦਿੰਦੇ ਆ। ਸੋ ਦਾ ਅਟਰੈਕਸ਼ਨ ਫॉर ਇਨਕਮਿੰਗ ਇਲੈਕਟ੍ਰੋਨ ਆਣਾ ਆਫ ਨਹੀਂ ਹੈ। ਸੋ ਦਾ ਅਟਰੈਕਸ਼ਨ ਫॉर ਇਨਕਮਿੰਗ ਇਲੈਕਟ੍ਰੋਨ ਬਿਕਮਸ ਲੈਸ, ਜਿਹਦੇ ਕਰਕੇ ਇਨਕਮਿੰਗ ਇਲੈਕਟ੍ਰੋਨ ਦੇ ਲਈ ਅਟਰੈਕਸ਼ਨ ਘਟ ਜਾਂਦੀ ਹੈ। ਐਂਡ ਇਟ ਮੂਵਸ ਅਵੇ ਫਰੋਮ ਦਾ ਨਿਊਕਲੀਅਸ, ਤੇ ਉਹ ਇਲੈਕਟ੍ਰੋਨ ਨਿਊਕਲੀਅਸ ਤੋਂ ਦੂਰ ਚਲੇ ਜਾਂਦਾ ਹੈ ਕਿਉਂਕਿ ਇਲੈਕਟ੍ਰੋਨ ਐਕਟੀਵਿਟੀ ਘਟ ਜਾਂਦੀ ਹੈ। ਸੋ ਇਹ ਦੋ ਤਰ੍ਹਾਂ ਦੀ ਵੇਰੀਏਸ਼ਨ ਹੈ ਸਾਡੇ ਕੋਲ ਇਲੈਕਟ੍ਰੋਨ ਐਕਟੀਵਿਟੀ ਦੀ। ਇਸ ਦੇ ਨਾਲ ਤੁਹਾਡੀਆਂ ਇਹ ਪੀਰੀਓਡਿਕ ਟੇਬਲ ਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ, ਕਰੈਕਟਰਿਸਟਿਕਸ ਜਿਹੜੀਆਂ ਵਿਸ਼ੇਸ਼ਤਾਵਾਂ ਆਪਾਂ ਪੜ੍ਹ ਰਹੇ ਸੀ, ਇਹ ਤੁਹਾਡੀਆਂ ਇੱਥੇ ਖਤਮ ਹੁੰਦੀਆਂ। ਤੇ ਨੈਕਸਟ ਇੱਕ ਹੋਰ ਟੌਪਿਕ ਹੈ ਸਾਡੇ ਕੋਲ ਡਾਇਗਨਲ ਰਿਲੇਸ਼ਨਸ਼ਿਪ। ਡਾਇਗਨਲ ਰਿਲੇਸ਼ਨਸ਼ਿਪ ਕਿ ਜਿਹੜੇ ਪੀਰੀਓਡਿਕ ਟੇਬਲ ਦੇ ਐਲੀਮੈਂਟਸ ਨੇ ਜਿਹੜੇ ਡਾਇਗਨਲੀ ਪ੍ਰੈਜ਼ੈਂਟ ਹੁੰਦੇ ਆ, ਲੈਫਟ ਟੂ ਰਾਈਟ ਜਿਹੜੇ ਡਾਇਗਨਲੀ ਪ੍ਰੈਜ਼ੈਂਟ ਹੁੰਦੇ ਆ, ਉਹਨਾਂ ਦੇ ਵਿੱਚ ਆਪਸ 'ਚ ਪ੍ਰੋਪਰਟੀਜ਼ ਜਿਹੜੀਆਂ ਮਿਲਦੀਆਂ ਜੁਲਦੀਆਂ ਹੁੰਦੀਆਂ। ਸੋ ਉਸ ਨੂੰ ਡਾਇਗਨਲ ਰਿਲੇਸ਼ਨਸ਼ਿਪ ਦਾ ਨਾਮ ਦੇ ਦਿੰਦੇ ਆ। ਮੈਂ ਇੱਥੇ ਇੱਕ ਤੁਹਾਡਾ ਪੀ ਬਲੋਕ ਐਲੀਮੈਂਟਸ ਜਿਹੜੇ ਆ ਉਹ ਮੈਂ ਬਣਾ ਵੀ ਦਿੰਦਾ। ਸੋ ਪੀ ਬਲੋਕ ਐਲੀਮੈਂਟਸ ਜਿਹੜੇ ਇਸ ਤਰ੍ਹਾਂ ਸਾਡੇ ਕੋਲ ਬੋਰੋਨ ਤੋਂ ਸਟਾਰਟ ਹੋ ਜਾਂਦੇ ਆ। ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ, ਨਿਓਨ, ਇੱਥੇ ਹੀਲੀਅਮ ਬਣਾ ਲਿਆ ਆਪਾਂ। ਤੇ ਇੱਥੇ ਸਾਡੇ ਕੋਲ ਬੋਰੋਨ ਤੋਂ ਬਾਅਦ ਐਲੂਮੀਨੀਅਮ ਆਉਂਦਾ, ਫਿਰ ਗੈਲੀਅਮ ਆਉਂਦਾ, ਫਿਰ ਇੰਡੀਅਮ, ਫਿਰ ਥੈਲੀਅਮ। ਵੈਸੇ ਜ਼ਿਆਦਾ ਬਣਾਉਣ ਦੀ ਜ਼ਰੂਰਤ ਨਹੀਂ ਹੈ। ਇੱਥੇ ਕਾਰਬਨ ਤੋਂ ਬਾਅਦ ਸਿਲੀਕਨ ਹੈ, ਜਰਮੇਨੀਅਮ ਹੈ, ਟਿਨ ਹੈ, ਫਿਰ ਲੈਡ ਆਉਂਦਾ। ਨਾਈਟ੍ਰੋਜਨ ਤੋਂ ਬਾਅਦ ਫਾਸਫੋਰਸ ਹੈ, ਆਰਸੈਨਿਕ ਹੈ, ਐਂਟੀਮਨੀ ਹੁੰਦਾ, ਬਿਸਮਥ ਹੁੰਦਾ। ਆਕਸੀਜਨ ਤੋਂ ਬਾਅਦ ਸਲਫਰ, ਸੈਲੇਨੀਅਮ, ਟੈਲੂਰੀਅਮ, ਪੋਲੋਨੀਅਮ ਹੁੰਦਾ। ਫਲੋਰੀਨ ਤੋਂ ਬਾਅਦ ਕਲੋਰੀਨ, ਬ੍ਰੋਮੀਨ, ਆਇਓਡੀਨ, ਐਸਟੇਟਾਈਨ ਹੁੰਦਾ। ਤੇ ਇਸੇ ਤਰ੍ਹਾਂ ਹੀਲੀਅਮ ਤੋਂ ਬਾਅਦ ਨਿਓਨ, ਫਿਰ ਆਰਗਨ ਹੈ, ਕ੍ਰਿਪਟਨ ਹੈ, ਜ਼ੀਨੋਨ ਹੈ, ਰੇਡਾਨ ਹੈ। ਸੋ ਤੁਸੀਂ ਪੜ੍ਹਿਆ ਕਿ ਕੋਈ ਵੀ ਇੱਕ ਪ੍ਰੋਪਰਟੀ ਦੀ ਗੱਲ ਕਰ ਲਈਏ, ਜਿਵੇਂ ਤੁਸੀਂ ਹੁਣੇ ਇਲੈਕਟ੍ਰੋਨੈਗੇਟਿਵਿਟੀ ਡਿਸਕਸ ਕੀਤੀ ਹੈ ਕਿ ਲੈਫਟ ਟੂ ਰਾਈਟ ਜਾਂਦੇ ਆ ਤਾਂ ਇਲੈਕਟ੍ਰੋਨੈਗੇਟਿਵਿਟੀ ਇਨਕਰੀਜ਼ ਕਰਦੀ ਜਾਂਦੀ ਹੈ। ਮਤਲਬ ਇੱਥੇ ਆਪਾਂ ਲਿਖ ਲਈਏ ਕਿ ਇਨਕਰੀਜ਼ ਕਰਦੀ ਹੈ ਕੋਈ ਪ੍ਰੋਪਰਟੀ ਇੱਥੇ ਇਨਕਰੀਜ਼। ਤੇ ਫਿਰ ਇਹੀ ਤੁਸੀਂ ਪੜ੍ਹਿਆ ਕਿ ਡਾਊਨ ਦਾ ਗਰੁੱਪ ਉਹੀ ਜਿਹੜੀ ਪ੍ਰੋਪਰਟੀ ਆ ਉਹ ਡਿਕਰੀਜ਼ ਹੁੰਦੀ ਜਾਂਦੀ ਹੈ। ਕੋਈ ਵੀ ਪ੍ਰੋਪਰਟੀ ਦੀ ਗੱਲ ਕਰ ਲਈਏ, ਹੁਣ ਵੀ ਤੁਸੀਂ ਪੜ੍ਹਿਆ ਕਿ ਇਲੈਕਟ੍ਰੋਨੈਗੇਟਿਵਿਟੀ ਲੈਫਟ ਟੂ ਰਾਈਟ ਇਨਕਰੀਜ਼ ਹੁੰਦੀ ਹੈ ਤੇ ਡਾਊਨ ਦਾ ਗਰੁੱਪ ਡਿਕਰੀਜ਼ ਹੁੰਦੀ ਹੈ। ਜੇਕਰ ਆਪਾਂ ਵੈਸੇ ਇੱਕ ਨਾਰਮਲ ਦੇ ਵਿੱਚ ਇੱਥੇ ਕੰਸੀਡਰ ਕਰ ਲਈਏ ਕਿ ਇਲੈਕਟ੍ਰੋਨੈਗੇਟਿਵਿਟੀ 1/1 ਯੂਨਿਟ ਇਨਕਰੀਜ਼ ਹੁੰਦੀ ਜਾਂਦੀ ਹੈ, ਕਿ ਮੰਨ ਲਓ ਜਿੰਨਾ ਇਹਦਾ ਐਟੋਮਿਕ ਨੰਬਰ ਹੈ ਉਨੀ ਦੀ ਇਲੈਕਟ੍ਰੋਨੈਗੇਟਿਵਿਟੀ ਕੰਸੀਡਰ ਕਰ ਲਈ। ਇਹਦਾ 5 ਹੈ, ਇਹਦੀ 6 ਹੈ, 7 ਹੈ, 8 ਹੈ, 9 ਹੈ, ਇਹਦੀ 10 ਹੋ ਗਈ। ਤੇ ਡਾਊਨ ਦਾ ਗਰੁੱਪ ਡਿਕਰੀਜ਼ ਹੁੰਦੀ ਜਾਂਦੀ ਹੈ, ਮਤਲਬ 10 ਹੈ ਤਾਂ ਇਹਦੀ 9 ਹੋ ਗਈ 1 ਯੂਨਿਟ, 8 ਹੋ ਗਈ। ਜੇ ਇਹਦੀ 9 ਹੈ ਤਾਂ ਇਹਦੀ 8 ਹੋ ਗਈ, 7 ਹੋ ਗਈ। ਜੇ ਇਹਦੀ 8 ਹੈ ਤਾਂ ਇਹਦੀ 7 ਹੋ ਗਈ, 6 ਹੋ ਗਈ। ਮਤਲਬ ਜਿੰਨਾ ਐਟੋਮਿਕ ਨੰਬਰ ਹੈ, ਜੇ ਮੰਨ ਲਓ ਆਪਾਂ 19 ਦੀ ਇਲੈਕਟ੍ਰੋਨੈਗੇਟਿਵਿਟੀ ਕੰਸੀਡਰ ਕਰ ਲਈਏ ਤਾਂ ਹੁਣ ਤੁਸੀਂ ਇੱਥੇ ਜੇਕਰ ਇਹ ਟ੍ਰੈਂਡ ਦੇਖੋ, ਮੈਂ ਦੱਸਿਆ ਤੁਹਾਨੂੰ ਕਿ ਜੇ ਇਹਦੀ 10 ਹੈ ਤਾਂ ਇਹਦੀ 9 ਹੋ ਗਈ, ਜੇ 9 ਹੈ ਤਾਂ ਇਹਦੀ 8 ਹੋ ਗਈ, ਜੇ ਇਹਦੀ 8 ਹੈ ਤਾਂ ਇਹਦੀ 7 ਹੋ ਗਈ ਪ੍ਰੋਪਰਟੀ। ਜੇ ਇਹਦੀ 7 ਹੈ ਇਲੈਕਟ੍ਰੋਨੈਗੇਟਿਵਿਟੀ ਤਾਂ ਮੰਨ ਲਓ ਇਹਦੀ 6 ਹੋ ਗਈ। ਮਤਲਬ ਐਟੋਮਿਕ ਨੰਬਰ ਨਹੀਂ ਮੈਂ ਇਹ ਲਿਖ ਰਿਹਾ, ਇਹ ਸਿਰਫ ਤੁਹਾਨੂੰ ਸਮਝਾਉਣ ਦੇ ਲਈ ਕਿ ਇਲੈਕਟ੍ਰੋਨੈਗੇਟਿਵਿਟੀ ਜੇ 1/1 ਯੂਨਿਟ ਇੱਧਰ ਇਨਕਰੀਜ਼ ਹੁੰਦੀ ਹੈ ਤਾਂ ਇਸੇ ਤਰ੍ਹਾਂ 1/1 ਯੂਨਿਟ ਨੀਚੇ ਨੂੰ ਡਿਕਰੀਜ਼ ਹੁੰਦੀ ਹੈ। ਤਾਂ ਹੁਣ ਤੁਸੀਂ ਦੇਖ ਲਓ, ਇਹਦੀ ਵੀ 8 ਹੈ, ਇਹਦੀ 8, ਇਹਦੀ 9, ਇਹਦੀ 9, ਇਹਦੀ 7, ਇਹਦੀ ਵੀ 7, ਇਹਦੀ 6, ਇਹਦੀ ਵੀ 6। ਮਤਲਬ ਜਿਹੜੇ ਡਾਇਗਨਲੀ ਐਲੀਮੈਂਟਸ ਪ੍ਰੈਜ਼ੈਂਟ ਨੇ ਉਹਨਾਂ ਦੀ ਇਹ ਪ੍ਰੋਪਰਟੀ ਸਿਮਿਲਰ ਹੋ ਗਈ। ਸੋ ਇਸ ਨੂੰ ਹੀ ਡਾਇਗਨਲ ਰਿਲੇਸ਼ਨਸ਼ਿਪ ਦਾ ਨਾਮ ਦਿੱਤਾ ਜਾਂਦਾ ਹੈ। ਦ ਸਿਮਿਲੈਰਿਟੀਜ਼ ਇਨ ਦ ਪ੍ਰੋਪਰਟੀਜ਼ ਆਫ ਐਲੀਮੈਂਟਸ ਪ੍ਰੈਜ਼ੈਂਟ ਡਾਇਗਨਲੀ ਇਜ਼ ਕਾਲਡ ਡਾਇਗਨਲ ਰਿਲੇਸ਼ਨਸ਼ਿਪ। ਇਹ ਜਿਹੜੇ ਐਲੀਮੈਂਟਸ ਡਾਇਗਨਲੀ ਪ੍ਰੈਜ਼ੈਂਟ ਹੈ ਉਹਨਾਂ ਦੀਆਂ ਪ੍ਰੋਪਰਟੀਜ਼ ਦੇ ਵਿੱਚ ਜਿਹੜੀ ਸਿਮਿਲੈਰਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਡਾਇਗਨਲ ਰਿਲੇਸ਼ਨਸ਼ਿਪ ਦਾ ਨਾਮ ਦਿੱਤਾ ਜਾਂਦਾ ਹੈ। ਫੋਰ ਐਗਜ਼ਾਮਪਲ, ਨਾਈਟ੍ਰੋਜਨ ਐਂਡ ਸਲਫਰ ਸ਼ੋਜ਼ ਸਿਮਿਲੈਰਿਟੀ ਇਨ ਪ੍ਰੋਪਰਟੀਜ਼ ਡਿਊ ਟੂ ਡਾਇਗਨਲ ਰਿਲੇਸ਼ਨਸ਼ਿਪ। ਜਿਵੇਂ ਇੱਥੇ ਤੁਸੀਂ ਦੇਖ ਲਓ, ਨਾਈਟ੍ਰੋਜਨ ਤੇ ਸਲਫਰ, ਆਕਸੀਜਨ ਤੇ ਕਲੋਰੀਨ, ਫਲੋਰੀਨ ਤੇ ਆਰਗਨ ਜਾਂ ਕਾਰਬਨ ਤੇ ਫਾਸਫੋਰਸ, ਇਸ ਤਰ੍ਹਾਂ ਇਹ ਡਾਇਗਨਲੀ ਪ੍ਰੈਜ਼ੈਂਟ ਨੇ ਤੇ ਇਹ ਡਾਇਗਨਲ ਰਿਲੇਸ਼ਨਸ਼ਿਪ ਸ਼ੋ ਕਰਦੇ ਆ। ਤੇ ਲਾਸਟ ਕੁਐਸਚਨ ਹੈ ਇਸ ਚੈਪਟਰ ਦਾ, ਵਟ ਇਜ਼ ਦ ਡਿਫਰੈਂਸ ਬਿਟਵੀਨ ਮੈਂਡਲੀਵਜ਼ ਪੀਰੀਓਡਿਕ ਲਾ ਐਂਡ ਮਾਡਰਨ ਪੀਰੀਓਡਿਕ ਲਾ। ਵੈਸੇ ਤੁਸੀਂ ਪੜ੍ਹ ਚੁੱਕੇ ਇਹਨਾਂ ਦੀ ਡੈਫੀਨੇਸ਼ਨ, ਉਹ ਇੱਕ ਕੁਐਸਚਨ ਦੀ ਫਾਰਮ ਦੇ ਵਿੱਚ ਇੱਥੇ ਟੌਪਿਕ ਦਿੱਤਾ ਹੋਇਆ। ਮੈਂਡਲੀਵਜ਼ ਪੀਰੀਓਡਿਕ ਲਾ, according to this law the physical and chemical properties of elements are the periodic function of their atomic weights, ਕਿਉਂਕਿ ਉਹਨੇ ਐਟੋਮਿਕ weight ਦੇ ਇਨਕਰੀਜ਼ਿੰਗ ਆਰਡਰ ਦੇ ਵਿੱਚ ਪੀਰੀਓਡਿਕ ਟੇਬਲ ਦਿੱਤਾ ਸੀ। ਤੇ ਦੂਜਾ ਮਾਡਰਨ ਪੀਰੀਓਡਿਕ ਲਾ, according to this law the physical and chemical properties of elements are the periodic function of their atomic number,
क्योंकि मॉडर्न पीरियोडिक टेबल जो है वो इंक्रीजिंग ऑर्डर ऑफ एटॉमिक नंबर 'ਚ ਦਿੱਤਾ ਗਿਆ। ਸੋ ਇਹਦੇ ਨਾਲ ਤੁਹਾਡਾ ਇਹ 3rd ਚੈਪਟਰ ਜੋ ਹੈ ਇਹ ਖਤਮ ਹੁੰਦਾ ਹੈ। ਸੋ ਅੱਜ ਦੇ ਲਈ ਤੁਹਾਡਾ ਇੰਨੇ ਟੌਪਿਕ ਸਹੀ ਹੈ। ਨੈਕਸਟ ਟੌਪਿਕ ਤੁਹਾਡਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।